ਚਾਚਾ ਤੁਹਾਨੂੰ ਕਿਵੇਂ ਹਾਦਸਾ ਪੇਸ਼ ਆਇਆ ਜਿਹਦੇ ਵਿੱਚ ਤੁਸੀਂ ਆਪਣੇ ਜਿਸਮ ਦੇ ਇੱਕ ਕੀਮਤੀ ਅਜ਼ਾ ਟਾਂਗ ਜੈਸੀ ਅਜ਼ੀਮ ਨਿਮਤ ਤੋਂ ਮਹਿਰੂਮ ਹੋਏ? ਇਹ ਜੀ ਚੰਗ ਦਵਾਈ ਲੈ ਕੇ ਆ ਰਹੇ ਸੀ ਤੇ ਐਕਸੀਡੈਂਟ ਹੋਇਆ। ਨਾਲ ਮੈਂ ਸੀ, ਮੇਰੀ ਬੀਬੀ ਸੀ, ਦੋਵੇਂ ਲੱਤਾਂ ਉਹਦੀਆਂ ਕੱਟੀਆਂ ਗਈਆਂ, ਮੇਰੀ ਲੱਤ ਵੀ ਕੱਟੀ ਗਈ ਸੀ। ਤੇ ਉਸ ਤੋਂ ਬਾਅਦ ਹਸਪਤਾਲ 'ਚ ਗਏ ਆ, ਨਹੀਂ ਲੱਤ ਚੱਲੀ, ਕਟਾਉਣੀ ਪਈ ਸੀ, ਲੱਤ ਕੱਟੀ ਗਈ। ਉਸ ਤੋਂ ਬਾਅਦ ਘਰ ਆ ਗਏ ਜੀ। बिस्मिल्लाहिर्रहमानिर्रहीम। अस्सलाम वालेकुम दोस्तों, मैं हूं आपका मेज़बान सलीम रब नवाज़ और आप मेरा यूट्यूब चैनल देख रहे हैं। तो दोस्तों आज मैं इस वक्त मौजूद हूं तहसील पीर महल और कमारिया के दरमियान अड्डा बुढ़न मोड़ पर। तो दोस्तों आज मैं आपकी मुलाकात एक ऐसे अजीम पाकिस्तानी से करवाना चाहता हूं जो मेहनत, कोशिश और रिज़्क़ हलाल कमाने की एक ऐसी ज़िंदा मिसाल हैं जो काबिल तारीफ़ हैं। तो दोस्तों उनका तारुफ़ कुछ यूँ है कि उन्हें एक हादसा पेश आया और उस हादसे में उन्हें अपने जिस्म के एक कीमती अज़ा से महरूम होना पड़ा, लेकिन उन्होंने हिम्मत नहीं हारी। तो दोस्तों आज अल्हम्दुलिल्लाह वो बाइज़्ज़त तरीके से रिज़्क़ हलाल कमा रहे हैं और उनका अपना रेस्टोरेंट है। तो दोस्तों हम उनसे बातचीत भी करेंगे और आपको उनका जो रेस्टोरेंट है, जो उनका होटल है, वो भी दिखाएँगे और उनसे मुलाकात करवाएँगे। अस्सलाम वालेकुम। वालेकुम अस्सलाम जी। चाचा जी की हाल चाल है? अल्लाह ਦੀ ਰਹਿਮਤ ਅਲਹਮਦੁਲਿਲਾ ਜਨਾਬ। चाचा ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮੁਹੰਮਦ ਜਵੇਦ ਜੀ। ਮੁਹੰਮਦ ਜਵੇਦ। ਤੇ ਤੁਹਾਡੀ ਉਮਰ ਕਿੰਨੀ ਹੈ? ਉਮਰ ਹੈ ਜੀ 55 ਸਾਲ। ਚਾਚਾ ਤੁਹਾਨੂੰ ਕਿਵੇਂ ਹਾਦਸਾ ਪੇਸ਼ ਆਇਆ ਜਿਹਦੇ ਵਿੱਚ ਤੁਸੀਂ ਆਪਣੇ ਜਿਸਮ ਦੇ ਇੱਕ ਕੀਮਤੀ ਅਜ਼ਾ ਟਾਂਗ ਜੈਸੀ ਅਜ਼ੀਮ ਨਿਮਤ ਤੋਂ ਮਹਿਰੂਮ ਹੋਏ? ਇਹ ਜੀ ਚੰਗ ਦਵਾਈ ਲੈ ਕੇ ਆ ਰਹੇ ਸੀ ਤੇ ਐਕਸੀਡੈਂਟ ਹੋਇਆ। ਨਾਲ ਮੈਂ ਸੀ, ਮੇਰੀ ਬੀਬੀ ਸੀ, ਦੋਵੇਂ ਲੱਤਾਂ ਉਹਦੀਆਂ ਕੱਟੀਆਂ ਗਈਆਂ, ਮੇਰੀ ਲੱਤ ਵੀ ਕੱਟੀ ਗਈ ਸੀ। ਤੇ ਉਸ ਤੋਂ ਬਾਅਦ ਹਸਪਤਾਲ 'ਚ ਗਏ ਆ, ਨਹੀਂ ਲੱਤ ਚੱਲੀ, ਕਟਾਉਣੀ ਪਈ ਸੀ, ਲੱਤ ਕੱਟੀ ਗਈ। ਉਸ ਤੋਂ ਬਾਅਦ ਘਰ ਆ ਗਏ ਜੀ। ਜਦੋਂ ਇਹ ਹਾਦਸਾ ਪੇਸ਼ ਆਇਆ ਉਦੋਂ ਤੁਹਾਡੀ ਉਮਰ ਕਿੰਨੀ ਆਈ? ਉਦੋਂ ਹੈ ਕਿ 45 ਕੁ ਸਾਲ, 10 ਸਾਲ ਹੋ ਚੱਲੇ ਹਰ ਸਾਲ। ਤੇ ਸ਼ਾਦੀशुदा ਹੈ ਕਿਸੇ ਤੁਸੀਂ ਉਸ ਟਾਈਮ? ਮਾਸ਼ਾਅੱਲਾ 4 ਬੱਚੇ ਮੇਰੇ, ਅਲਹਮਦੁਲਿਲਾ, ਸ਼ੁਕਰ ਹੈ ਅੱਲਾਹ ਤਾਲਾ ਦਾ। ਚਾਚਾ ਜਦੋਂ ਇਹ ਹਾਦਸਾ ਪੇਸ਼ ਆਇਆ ਉਸ ਹਾਦਸੇ ਤੋਂ ਬਾਅਦ ਤੁਹਾਨੂੰ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਰਾਤ ਤੇ ਹੁੰਦੀ ਹੈ, ਕੋਈ ਨਹੀਂ, ਅੱਲਾਹ ਵਾਰਸ ਕੋਲ, ਅੱਲਾਹ ਤਾਲਾ ਨੂੰ ਯਾਦ ਰੱਖਣਾ, ਅੱਲਾਹ ਤਾਲਾ ਆਪ ਹੀ ਹਿੰਮਤ ਦਿੰਦਾ ਵੇ। ਇਹ ਰੈਸਟੋਰੈਂਟ ਜਿਹੜਾ ਹੈ ਇਹ ਤੁਹਾਡਾ ਆਪਣਾ ਰੈਸਟੋਰੈਂਟ ਹਾਂਜੀ ਹੈ? ਆਪਣਾ ਜੀ। ਕਿੰਨੇ ਅਰਸੇ ਤੋਂ ਚਲਾ ਰਹੇ ਜੇ? ਇਹਨੂੰ 15 ਸਾਲ ਹੋ ਚੱਲੇ ਇੱਥੇ। 15 ਸਾਲ। 15 ਸਾਲ ਹੋ ਚੱਲੇ ਆ। ਕੋਈ ਹਾਦਸਾ ਉਹਦਾ ਮੇਰੀ ਦੁਕਾਨ ਤੇ ਕਿਰਾਏ ਤੇ ਸੀਗੀ। ਉਸ ਤੋਂ ਬਾਅਦ ਅੱਲਾਹ ਤਾਲਾ ਨੇ ਹਿੰਮਤ ਦਿੱਤੀ, ਆਪਣੀ ਜਗ੍ਹਾ ਲੈ ਕੇ ਤੇ ਆਪਣਾ ਤਿਆਰ ਕੀਤਾ। ਆਪ ਕਰਨੇ, ਖੁਦ ਆਪ ਕੰਮ ਕਰਦੇ ਆ, ਕਾਰੀਗਰ ਰੱਖੇ ਕੋਈ ਨਹੀਂ, ਆਪ ਖੁਦ ਕੋ ਵੀ ਹੈ, ਆਪਣੇ ਕਰਦੇ ਆ ਬਸ। ਸਾਨੂੰ ਦੇਖਣ ਨੂੰ ਮਿਲਦਾ ਹੈ ਸਿਹਤਮੰਦ ਨੌਜਵਾਨ, ਬਜ਼ਾਹਿਰ ਅੱਛੀ ਖਾਸੀ ਉਹਨਾਂ ਦੀ ਜਿਸਾਮਤ ਹੁੰਦੀ ਹੈ, ਲੇਕਿਨ ਥੋੜੀ ਜੀ ਕੋਈ ਮੁਸ਼ਕਲਾਤ 2-4 ਹੋ ਕੇ ਉਹ ਭੀਖ ਮੰਗਣ ਲੱਗ ਜਾਂਦੇ ਨੇ। ਬੜਾ ਯਾਨੀ ਕਿ ਨਾ ਬਲਾ ਅੱਲਾਹ ਦੀ ਨਾਸ਼ੁਕਰੀ ਕਰਦੇ ਨੇ। ਉਹਨਾਂ ਨੂੰ ਕੀ ਪੈਗਾਮ ਦੋਗੇ ਕਿ ਤੁਸੀਂ ਬਾਜ਼ਾਹਿਰ ਆਪਣੀ ਇੱਕ ਟੰਗ ਤੋਂ ਮਾਜ਼ੂਰ ਹੋਣ ਦੇ ਬਾਵਜੂਦ ਫਿਰ ਵੀ ਮਾਸ਼ਾਅੱਲਾ ਰਿਜ਼ਕ ਹਲਾਲ ਕਮਾ ਰਹੇ ਜੇ, ਹੋਟਲ ਚਲਾ ਰਹੇ ਜੇ? ਦੇਖੋ ਜੀ, ਅੱਲਾਹ ਤਾਲਾ ਨੇ ਵਾਅਦਾ ਕੀਤਾ ਰਿਜ਼ਕ ਉਸ ਨੇ ਦੇਣਾ। ਜਾਂ ਬੰਦਾ ਆਪਣੀ ਕਿਸਮਤ ਕਿੱਦਾਂ ਮਰਜ਼ੀ ਕਮਾ ਲਵੇ, ਕਿਉਂ ਅੱਲਾਹ ਤਾਲਾ ਦੀ ਹਿੰਮਤ ਕਰਕੇ ਬੰਦਾ ਯਾਦ ਕਰਕੇ ਕਾਰੋਬਾਰ ਕਰਦਾ, ਅੱਲਾਹ ਤਾਲਾ ਰਿਜ਼ਕ ਦਿੰਦਾ। ਇਹ ਬੰਦੇ ਆਪਣੀ ਫਿਤਰਤ ਹੁੰਦੀ ਹੈ। ਮੈਂ 24 ਘੰਟੇ ਮੇਰੇ ਤੇ ਖਵਾਸ ਇਹ ਹੁੰਦੀ ਹੈ ਕੋਈ ਪਰਦੇਸੀ ਬੰਦਾ ਆਵੇ, ਭੁੱਖਾ ਆਵੇ, ਮੈਂ ਉਹਨੂੰ ਖਾਣਾ ਖਿਲਾਵਾਂ ਅੱਲਾਹ ਵਾਸਤੇ। ਇਹ 'ਚ ਅੱਲਾਹ ਤਾਲਾ ਨੇ ਮੈਨੂੰ ਹਿੰਮਤ ਦਿੱਤੀ ਹੈ। ਮੇਰਾ ਇਰਾਦਾ ਅੱਲਾਹ ਤਾਲਾ ਨੇ ਹਿੰਮਤ ਦਿੱਤੀ ਹੈ, ਕਿੰਨਾ ਵੀ ਮੈਂ ਅੱਲਾਹ ਦਾ ਰਾਹ ਤੇ ਦੇਵਾਂ, ਮੈਂ ਖੁਸ਼ ਹੋ ਕੇ ਦਿੰਦਾ। ਤੁਸੀਂ ਕਿੱਥੋਂ ਆਂਦੇ ਜੇ ਇਸ ਹੋਟਲ ਤੇ ਬੁੱਢਨ ਮੋੜ ਤੇ? ਮੈਂ ਪੀਰ ਮਲਵਾ ਰਿਹਾ। ਅੱਛਾ, ਪੀਰ ਮਹਿਲ ਤੋਂ ਆਂਦੇ ਜੇ ਮੋਟਰਸਾਈਕਲ ਤੇ ਸੁਬਹ ਤੇ? ਮੋਟਰਸਾਈਕਲ ਤੇ ਕਿੰਨੇ ਘੰਟੇ ਤੇ ਹੋਟਲ ਤੇ ਕੰਮ ਕਰਦੇ ਜੇ? होटल के घंटे कम से कम 13-14 घंटे कम हुए। तो दोस्तों मैं आपको बताना चाहता हूँ ये वो शख्सियत है, एक हादसे में इनकी जो टांग है इन्हें अपनी टांग से माजूर होना पड़ा, लेकिन इन्होंने हिम्मत नहीं हारी भाइयों, मेहनत और कोशिश को जारी रखा और ये आज अल्हम्दुलिल्लाह आप देख सकते हैं इनका माशाल्लाह मेन रोड के ऊपर तहसील पीर महल और कमालिया के दरमियान अड्डा बुढ़न मोड़ है, उसके ऊपर इनका रेस्टोरेंट है और ये बाइज़्ज़त तरीके से रिज़्क़ हलाल कमा रहे हैं अल्हम्दुलिल्लाह। तो चाचा जी ਜਿਹੜੇ ਸਾਡੇ ਨੌਜਵਾਨ, ਸਾਡੇ ਸਟੂਡੈਂਟ ਜਨਰੇਸ਼ਨ ਤੇ ਸਾਡੇ ਬਿਜ਼ਨਸਮੈਨ ਫਸਟ ਟਾਈਮ ਜਾਂ ਸੈਕੰਡ ਟਾਈਮ ਕੋਈ ਵੀ ਕੰਮ ਸ਼ੁਰੂ ਕਰਦੇ ਨੇ ਤੇ ਉਹਨਾਂ ਨੂੰ ਨਾਕਾਮੀ ਦਾ ਸਾਹਮਣਾ ਹੁੰਦਾ ਹੈ ਤੇ ਉਹ ਕੰਮ ਨੂੰ ਛੱਡ ਦਿੰਦੇ ਨੇ, ਉਹਨਾਂ ਨੂੰ ਕੀ ਪੈਗਾਮ ਦੋਗੇ? ਕਿ ਮੈਂ ਨਹੀਂ ਛੱਡਣਾ ਚਾਹੀਦਾ, ਅੱਲਾਹ ਦਾ ਯਾਦ ਕਰਨਾ ਚਾਹੀਦਾ, ਹਿੰਮਤ ਕਰਨੀ ਚਾਹੀਦੀ। ਸੁਬਹ ਨਮਾਜ਼ ਪੜ੍ਹੋ, ਅੱਲਾਹ ਤਾਲਾ ਨੂੰ ਯਾਦ ਕਰੋ, ਅੱਲਾਹ ਤਾਲਾ ਨੂੰ ਯਾਦ ਕਰਕੇ ਕੋਈ ਬੰਦਾ ਤੁਰਦਾ, ਅੱਲਾਹ ਤਾਲਾ ਰਿਜ਼ਕ ਦਿੰਦਾ। ਜਦੋਂ ਅੱਲਾਹ ਤਾਲਾ ਨੂੰ ਨਹੀਂ ਯਾਦ ਕਰਨਾ ਨਾ, ਦੇਖੋ ਜੀ ਅਸੀਂ ਅੱਲਾਹ ਤਾਲਾ ਦਾ ਸ਼ੁਕਰ ਕਰ ਹੀ ਨਹੀਂ ਸਕਦੇ। ਇੱਕ ਤਾਂ ਸਾਨੂੰ ਮੁਸਲਮਾਨ ਪੈਦਾ ਕੀਤਾ, ਆਪਣੇ ਸੋਹਣੇ ਨਬੀ ਦੀ ਉਮਤ ਵਿੱਚੋਂ ਕੀਆ, ਔਰ ਇੱਕ ਇੱਕ ਰਗ, ਉਂਗਲਾਂ, ਹੱਥ, ਪੈਰ, ਹਰ ਚੀਜ਼ ਮਿਹਨਤ ਬਾਅਦ ਦਿੱਤੀ ਹੈ। ਜੇ ਮਿਹਨਤ ਕਰੋ, ਹੱਕ ਹਲਾਲ ਦੀ ਇਬਾਦਤ, ਮਿਹਨਤ ਕਰਨਾ ਵੀ ਇਬਾਦਤ। ਹੱਕ ਹਲਾਲ ਦੀ ਰੋਜ਼ੀ ਕਮਾਉਣੀ, ਉਹ ਵੀ ਬੱਚਿਆਂ ਨੂੰ ਖਵਾਉਣੀ, ਇੱਕ ਇਬਾਦਤ ਮੈਂ ਸਮਝਦਾ ਇਸ ਚੀਜ਼ ਨੂੰ।
ਬਹੁਤ ਅੱਛੀ ਗੱਲ ਕੀਤੀ ਚਾਚਾ। ਜਿਹੜੇ ਨੌਜਵਾਨ ਜਾਂ ਜਿਹੜੇ ਲੋਕ ਮੰਗਣ ਪਿੰਨਣ ਨੂੰ ਆਪਣਾ ਪੇਸ਼ਾ ਸਮਝਦੇ ਨੇ, ਹੱਤਾ ਕਿ ਸਿਹਤਮੰਦ ਵੀ ਨੇ, ਅੱਲਾ ਨੇ ਉਹਨਾਂ ਨੂੰ ਸਿਹਤ ਜੈਸੀ ਅਜ਼ੀਮ ਨਿਮਤ ਦੇ ਨਾਲ ਨਵਾਜ਼ਿਆ ਹੈ, ਉਹ ਮੰਗਦੇ ਨੇ, ਉਹਨਾਂ ਨੂੰ ਕੀ ਪੈਗਾਮ ਦਿਓਗੇ ਕਿ ਯਾਰ ਮੈਂ ਇਸ ਹਾਲਤ ਦੇ ਵਿੱਚ ਰਿਜ਼ਕ ਹਲਾਲ ਕਮਾ ਰਿਹਾ ਤੇ ਤੁਸੀਂ ਕੀ ਕਰੋ? ਦੇਖੋ ਜੀ, ਜੋ ਉਹਨਾਂ ਦਾ ਦੇਣ ਆ ਉਹ ਕਰਦੇ ਆ, ਲੇਕਿਨ ਮੇਰੇ ਵੇਖਣ ਦੇ ਵਿੱਚ ਤੇ ਇਨਸਾਨ ਨੂੰ ਆਪਣੀ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਕਰਨੀ ਚਾਹੀਦੀ ਆ, ਕਿੰਨੀ ਵੀ ਮਿਹਨਤ ਹੋਵੇ, ਔਰ ਆਪ ਤੋਂ ਛੋਟੇ ਦਾ ਖਿਆਲ ਰੱਖਣਾ ਚਾਹੀਦਾ। ਕੋਈ ਗਰੀਬ ਬੰਦਾ ਆਉਂਦਾ ਉਹਦਾ ਖਾਸ ਸਾਸ ਕਰੋ, ਉਹਦਾ ਖਿਆਲ ਕਰੋ, ਬੰਦਗੀ ਕਰੋ। ਅਸੀਂ ਅੱਲਾਹ ਤਾਲਾ ਨੇ ਸਾਨੂੰ ਪੈਦਾ ਕੀਤਾ, ਇਨਸਾਨ ਬਣਾਇਆ, ਬੰਦਗੀ ਬਣਾਇਆ, ਸਾਨੂੰ ਚਾਹੀਦਾ ਬੰਦਗੀ। ਅਸੀਂ ਅੱਜ ਕੱਲ੍ਹ ਬੰਦਗੀ ਕਰੀ ਛੱਡੀ ਫਿਰਦੇ ਹਾਂ। ਅੱਲਾਹ ਤਾਲਾ ਬੰਦਗੀ ਕਰਨੀ ਚਾਹੀਦੀ ਆ, 24 ਘੰਟੇ ਅੱਲਾਹ ਨੂੰ ਯਾਦ ਕਰਨਾ, ਗਰੀਬ ਬੰਦੇ ਦਾ ਮਾੜੇ ਦਾ ਸਾਥ ਕਰਨਾ ਚਾਹੀਦਾ। ਤੇ ਚਾਚਾ ਜੀ, ਸਾਡੇ ਸੁਣਨ ਵਾਲਿਆਂ ਨੂੰ, ਸਾਡੇ ਵੇਖਣ ਵਾਲਿਆਂ ਨੂੰ ਅਗਰ ਕੋਈ ਪੈਗਾਮ ਦੇਣਾ ਚਾਹੋ ਮਿਹਨਤ ਦੇ ਬਾਰੇ ਤੇ ਸਾਡੇ ਚੈਨਲ ਵੱਲੋਂ ਦੇ ਸਕਦੇ ਹੋ। ਮਿਹਰਬਾਨੀ, ਮੈਂ ਤਾਂ ਇਹ ਕਹੂँगा ਅੱਲਾਹ ਤਾਲਾ ਨੂੰ ਯਾਦ ਕਰੋ, ਮਿਹਨਤ ਕਰੋ, कितनी करो उतनी थोड़ी है। हक लाल दी रोज़ी कमाओ और अपने बच्चों को हक लाल दी रिज़्क़ कमाओ। तो दोस्तों, हमने इनसे बातचीत की, इनका इंटरव्यू किया और इन्होंने हमें यही दर्श दिया कि मेहनत करनी चाहिए। भाइयों देखो, ये कामयाबी की एक ऐसी ज़िंदा मिसाल है जो काबिल तारीफ़ भी नहीं बल्कि काबिल रश्क है। तो भाइयों, हमें हमारे जो माहौल में, हमारे जो माशरे में ऐसे लोग हैं, हमें इनका ख्याल भी रखना चाहिए। और देखो ये कितनी भाइयों मेहनत की, कितनी ये कामयाबी की, और मेहनत तो मजदूरी करने की ज़िंदा मिसाल है कि एक टांग से मजदूर होने के बावजूद भी रिज़्क़ हलाल कमा रहे हैं। तो भाइयों, हमें रिज़्क़ हलाल कमाना चाहिए, क्योंकि रिज़्क़ हलाल कमाना ऐन इबादत है। तो भाइयों, इस वीडियो का, इस इंटरव्यू को करने का, इस वीडियो को बनाने का मकसद सिर्फ यही है कि हमारी नौजवान जनरेशन में एक हिम्मत को पैदा करना है, एक ज़ौक़ शौक़ को पैदा करना है, एक मेहनत को मोटिवेट करना है कि हमें मेहनत करनी चाहिए। क्योंकि अल्लाह पाक ने इंसान को बनाया है, वमा खलक़तुल जिन्ना वल इंसा इल्ला लियअबुदून, अपनी इबादत के लिए पैदा किया है। भाई इबादत के साथ रिज़्क़ हलाल कमाना भी भाइयों इबादत है। तो भाइयों, मैं उम्मीद करता हूँ कि हमारा जो आज का व्लॉग है, आज का जो इंटरव्यू है, आपको पसंद आएगा। और अगर हमारी वीडियो पसंद आए तो हमारे चैनल को सब्सक्राइब कीजिए। इसी के साथ अपने मेज़बान सलीम राब नवाज़ को इजाज़त दीजिए। दुआ में याद रखिए, अपना ढेरों ख्याल रखिए। अल्लाह हाफ़िज़।